ਧੰਨ ਵਾਹਿਗੁਰੂ ਜੀਓ। ਤੇਰੀ ਪਨਾਹ ਖੁਦਾਏ, ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀਜੈ ਬੰਦਗੀ। ਸ਼ੇਖ ਫਰੀਦ ਖੈਰ ਦੀਜੈ ਬੰਦਗੀ। ਧੰਨ ਵਾਹਿਗੁਰੂ ਜੀਓ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਈ। ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਇ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਈ। ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗ ਹਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਹਜ਼ੂਰ ਸਤ ਸੰਗਤ ਰੂਪ ਵਿੱਚ ਸੱਜ ਕੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕਰਕੇ ਆਪ ਜੀ ਸਤਿਗੁਰੂ ਦੇ ਪਾਵਨ ਉਪਦੇਸ਼ ਦਾ ਲਾਹਾ ਪ੍ਰਾਪਤ ਕਰ ਰਹੇ ਸੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਜੋ ਰੋਜ਼ਾਨਾ ਸ਼ਾਮ ਦੇ ਦੀਵਾਨਾਂ ਵਿੱਚ ਗੁਰੂ ਮਹਾਰਾਜ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ, ਵਿਚਾਰਨ ਦਾ ਇਹ ਉਪਰਾਲਾ, ਯਤਨ ਸਤਿਗੁਰੂ ਦੀ ਬਖਸ਼ਿਸ਼ ਕਿਰਪਾ ਦਾ ਸਦਕਾ ਆਪਾਂ ਕਰਦੇ ਹਾਂ। ਲੜੀਵਾਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ 4 ਸ਼ਬਦਾਂ ਦੀ ਵਿਚਾਰ ਤੋਂ ਉਪਰੰਤ ਆਪਾਂ ਉਹਨਾਂ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਨੂੰ, ਲੜੀਵਾਰ ਇਹਨਾਂ ਸ਼ਲੋਕਾਂ ਦੀ ਕਥਾ, ਇਹਨਾਂ ਸ਼ਲੋਕਾਂ ਦੇ ਅਰਥ, ਇਹਨਾਂ ਸ਼ਲੋਕਾਂ ਦੇ ਭਾਵ ਨੂੰ ਜਾਣਨ ਦੀ ਕੋਸ਼ਿਸ਼ ਵਿੱਚ ਹਾਂ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਤਕਰੀਬਨ 12ਵੇਂ ਸ਼ਲੋਕ ਤੱਕ ਸ਼ਲੋਕਾਂ ਦੀ ਵਿਚਾਰ ਨੂੰ ਸਮਝਿਆ ਸੀ। ਜਿਸ ਸ਼ਲੋਕ ਦੀ ਆਪਾਂ ਕੱਲ੍ਹ ਵੀ ਵਿਚਾਰ ਕੀਤੀ ਸੀ, ਸੰਖੇਪ ਵਿੱਚ ਉਸ ਨੂੰ ਦੁਬਾਰਾ ਸਮਝਣ ਦਾ ਯਤਨ ਕਰੀਏ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਈ। ਜਿਸ ਵੇਲੇ ਕੇਸ ਕਾਲੇ ਹੁੰਦੇ ਹਨ, ਭਾਵ ਬਚਪਨ ਵਿੱਚ, ਕਿਸ਼ੋਰ ਅਵਸਥਾ ਵਿੱਚ, ਜਵਾਨੀ ਵਿੱਚ, ਉਹ ਅਵਸਥਾ ਜਦੋਂ ਸਾਡੀਆਂ ਆਦਤਾਂ ਅਸੀਂ ਗ੍ਰਹਿਣ ਕਰਦੇ ਹਾਂ ਅਤੇ ਉਹਨਾਂ ਆਦਤਾਂ ਦਾ ਅਭਿਆਸ ਕਰਦੇ ਹਾਂ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਜਿਸ ਵੇਲੇ ਮੁੱਢਲੀ ਜੀਵਨ ਅਵਸਥਾ ਵਿੱਚ ਰਾਵਿਆ ਦਾ ਮਤਲਬ ਹੈ ਮਾਣਿਆ, ਉਸ ਖੁਦਾਵੰਦ ਦੀ, ਉਸ ਪਰਵਦਗਾਰ ਦੀ, ਉਸ ਅੱਲਾਹ ਦੀ, ਉਸ ਵਾਹਿਗੁਰੂ ਅਕਾਲ ਪੁਰਖ ਦੀ ਹੋਂਦ ਦਾ ਅਹਿਸਾਸ ਕਰਕੇ ਉਹਦੇ ਗੁਣਾਂ ਦਾ, ਉਹਦੀ ਇਬਾਦਤ ਦਾ ਆਨੰਦ ਨਹੀਂ ਲਿਆ,
ਫਿਰ ਕੀ ਹੁੰਦਾ? ਧੌਲੇ ਆਉਣ ਤੇ, ਭਾਵ ਬਜ਼ੁਰਗੀ, ਬੁਢੇਪਾ ਆ ਜਾਣ ਤੇ। ਰਾਵੈ ਕੋਇ, ਉਹਨਾਂ ਇਹ ਨਹੀਂ ਕਿਹਾ ਵੀ ਕੋਈ ਮਾਣ ਨਹੀਂ ਸਕਦਾ, ਕਹਿੰਦੇ ਕੋਈ ਦਾ ਮਤਲਬ ਹੁੰਦਾ ਫਿਰ ਕੋਈ ਵਿਰਲਾ ਹੀ, ਕੋਈ ਟਾਮਾ ਬੰਦਾ। ਕਿਉਂ ਐਸਾ ਕਿਹਾ ਵੀ ਰਾਵੈ ਕੋਏ ਦਾ ਮਤਲਬ ਹੈ ਵਿਰਲਾ। ਵਿਰਲਾ ਇਸ ਕਰਕੇ ਕਿਹਾ ਹੈ, ਵੈਸੇ ਤੇ ਕਿਸੇ ਵੀ ਉਮਰ ਵਿੱਚ ਆਪਣੇ ਸੰਸਕਾਰਾਂ ਨੂੰ ਬਦਲਣਾ ਬੜਾ ਕਠਿਨ ਹੁੰਦਾ। ਸਭ ਤੋਂ ਕਠਿਨ ਕਰਮ ਹੀ ਆਪਣੇ ਆਪ ਨੂੰ ਤਬਦੀਲ ਕਰਨਾ। ਪਰ ਜਿਹੜੀ ਆਦਤ ਮੈਂ 40, 50, 60 ਸਾਲ ਜਿਹੜੀ ਚੀਜ਼ ਮੇਰੇ ਮਨ ਵਿੱਚ ਰਹੀ ਹੈ, ਜਿਹੜੀ ਮੇਰੀ ਸੁਰਤ ਦਾ ਹਿੱਸਾ ਰਹੀ ਹੈ, ਜਿਹਦਾ ਮੈਂ ਅਭਿਆਸ ਸਾਲਾਂ ਬੱਧੀ ਕੀਤਾ ਹੈ, ਉਹ ਸੰਸਕਾਰ, ਉਹ ਸੁਭਾਅ, ਉਹ ਆਦਤ, ਉਹ ਬਣੀ ਹੋਈ ਸੁਰਤ ਦੀ ਜਿਹੜੀ ਲੈ ਹੈ, ਉਸ ਨੂੰ ਤਬਦੀਲ ਕਰਨਾ ਫਿਰ ਉਸ ਉਮਰ ਵਿੱਚ ਜਾ ਕੇ ਬੜਾ ਕਠਿਨ ਹੁੰਦਾ। ਇਸ ਲਈ ਬਾਬਾ ਸ਼ੇਖ ਫਰੀਦ ਸਾਹਿਬ ਨੇ ਸੁਚੇਤ ਕੀਤਾ ਤੇ ਸਮਝਾਇਆ, ਨਾਲ ਹੀ ਕਰ ਸਾਈਂ ਸਿਉ ਪਿਰਹੜੀ, ਸਾਈਂ ਮਾਲਕ ਨਾਲ ਪਿਰਹੜੀ ਕਰ, ਪ੍ਰੇਮ ਕਰ, ਰੰਗ ਨਵੇਲਾ ਹੋਏ, ਤੇਰੇ ਜੀਵਨ ਦਾ ਹਰ ਪਲ ਨਵਾਂ ਹੋਏ, ਨਵੀਂ ਨਕੋਰ ਜ਼ਿੰਦਗੀ ਵਾਲਾ ਤੂੰ ਰਹੇਂਗਾ ਸਦਾ ਹੀ। ਫਿਰ ਉਹ ਜਿਹੜੇ ਗੁਣ ਨੇ ਉਹ ਸਦਾ ਤੇਰੇ ਨਾਲ ਨਿਭਣਗੇ, ਭਾਵੇਂ ਤੂੰ ਜਵਾਨ ਹੈ, ਭਾਵੇਂ ਤੂੰ ਅਧਖੜ ਹੈ, ਭਾਵੇਂ ਤੂੰ ਬੁਢੇਪੇ ਵਿੱਚ ਹੈ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਸ ਪਾਵਨ ਸ਼ਲੋਕ ਦੀ ਵਿਆਖਿਆ ਵਿੱਚ ਇੱਕ ਆਪਣਾ ਸ਼ਲੋਕ ਵੀ ਰਚਿਆ। ਐਸਾ ਨਹੀਂ ਕਿ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਜੋ ਆਪਣੇ ਸ਼ਲੋਕ ਵਿੱਚ ਕਿਹਾ ਉਹ ਸੱਚਾਈ ਤੋਂ ਉਲਟ ਹੈ, ਬਲਕਿ ਗੱਲ ਇਹ ਹੈ ਵੀ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕ ਦੀ ਥੋੜ੍ਹੀ ਜਿਹੀ ਹੋਰ ਲੰਮੀਰੀ ਵਿਆਖਿਆ ਹੋਣੀ ਚਾਹੀਦੀ ਸੀ। ਐਸਾ ਅਨੁਭਵ ਕੀਤਾ ਹੈ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਨੇ। ਉਹਨਾਂ ਨੇ ਫਿਰ ਇਸ ਸ਼ਲੋਕ ਨੂੰ ਸਾਹਮਣੇ ਰੱਖ ਕੇ ਨਾਲ ਇੱਕ ਆਪਣਾ ਸ਼ਲੋਕ ਦਰਜ ਕੀਤਾ ਹੈ। ਪੰਚਮ ਪਾਤਸ਼ਾਹ ਮਹਾਰਾਜ ਨੇ ਤੀਸਰੇ ਪਾਤਸ਼ਾਹ ਦਾ ਇਹ ਸ਼ਲੋਕ ਜੋ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕ ਨੂੰ ਸਾਹਮਣੇ ਰੱਖ ਕੇ ਲਿਖਿਆ ਗਿਆ, ਇਹਦੀ ਵਿਆਖਿਆ ਵਿੱਚ ਲਿਖਿਆ ਹੈ। ਮਹਾਰਾਜ ਨੇ ਜਿਸ ਵੇਲੇ ਸ਼ਲੋਕਾਂ ਨੂੰ ਤਰਤੀਬ ਦਿੱਤੀ ਤੇ ਇਹ ਸ਼ਲੋਕ ਉੱਥੇ ਦਰਜ ਕਰ ਦਿੱਤਾ। ਅਗਲਾ ਸ਼ਲੋਕ ਕੀ ਹੈ? ਮਹੱਲਾ ਤੀਜਾ, ਤੀਜੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ। ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ, ਜੇ ਕੋ ਚਿਤ ਕਰੇ, ਆਪਣਾ ਲਾਇਆ ਪਿਰਮ ਨ ਲਗਈ, ਜੇ ਲੋਚੈ ਸਭ ਕੋਇ, ਇਹੋ ਪਿਰਮੋ ਪਿਆਲਾ ਖਸਮ ਕਾ, ਜੈ ਭਾਵੈ ਤੈਂ ਦੇ। ਇਹ 3 ਪੰਕਤੀਆਂ ਦਾ ਸ਼ਲੋਕ ਹੈ। ਇਸ ਵਿੱਚ ਫਰਮਾਇਆ, ਹੇ ਫਰੀਦ, ਜ਼ਿੰਦਗੀ ਦੀ ਅਵਸਥਾ, ਜੀਵਨ ਦੀ ਅਵਸਥਾ, ਭਾਵੇਂ ਕਾਲੇ ਕੇਸਾਂ ਵਾਲੀ ਭਾਵ ਬਚਪਨ ਜਵਾਨੀ ਹੋਵੇ ਤੇ ਭਾਵੇਂ ਬੁਢੇਪਾ ਚਿੱਟੇ ਕੇਸਾਂ ਵਾਲੀ ਅਵਸਥਾ ਹੋਵੇ, ਕਾਲੀ ਧੌਲੀ ਸਾਹਿਬ ਸਦਾ ਹੈ। ਮਾਲਕ ਪਰਮੇਸ਼ਰ ਸਦੀਵ ਕਾਲ ਹੀ ਬੰਦੇ ਦੇ ਅੰਦਰ ਹੈ। ਉਹ ਬਚਪਨ ਵਿੱਚ ਵੀ ਸਾਡੇ ਹਿਰਦੇ 'ਚ ਹੈ, ਜਵਾਨੀ 'ਚ ਵੀ ਹੈ, ਉਹ ਹਰ ਵੇਲੇ ਹੀ, ਉਸ ਤੋਂ ਬਿਨਾਂ ਤੇ ਅਸੀਂ ਹੈ ਹੀ ਨਹੀਂ। ਉਹ ਸਦਾ ਹੀ ਸਾਡੇ ਅੰਦਰ ਹੈ, ਸਾਡੀ ਅੰਤਰਾਤਮੇ ਵਿੱਚ, ਸਾਡੇ ਹਿਰਦੇ ਵਿੱਚ ਨਿਵਾਸ ਰੱਖਦਾ ਹੈ। ਉਹ ਸਾਥੋਂ ਦੂਰ ਨਹੀਂ, ਅਸੀਂ ਭੁੱਲੇ ਰਹਿੰਦੇ, ਅਸੀਂ ਭਟਕੇ ਰਹਿੰਦੇ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਪਰ ਗੱਲ ਇਹਦੀ ਵੀ ਜੇ ਕੋਈ ਵੀ ਆਪਣੇ ਚਿੱਤ ਵਿੱਚ ਲੈ, ਚਿੰਤਨ ਵਿੱਚ ਲੈ ਆਏ ਉਸ ਨੂੰ। ਚਿੱਤ ਦਾ ਮਤਲਬ ਹੁੰਦਾ ਹੈ ਸਾਡੀ ਕੌਨਸ਼ੀਅਸ ਵਿੱਚ, ਸਾਡੇ ਚਿੰਤਨ ਵਿੱਚ ਜਦੋਂ ਕੋਈ ਚੀਜ਼ ਆ ਜਾਏ ਜਿਸ ਨੂੰ ਅਸੀਂ ਕਹਿੰਦੇ ਮੈਨੂੰ ਇਹ ਚੇਤਾ ਨਹੀਂ। ਕਿਉਂ? ਚੇਤਾ ਉਸੇ ਦਾ ਹੀ ਨਹੀਂ ਰਿਹਾ ਜਿਹਨੇ ਅੰਦਰ ਹਲਚਲ ਨਹੀਂ ਕੀਤੀ, ਜਿਹੜੀ ਗੱਲ ਨੇ ਚਿੰਤਨ ਦਾ ਹਿੱਸਾ ਨਹੀਂ ਬਣੀ ਜਿਹੜੀ। ਜੇ ਬੰਦਾ ਆਪਣੇ ਤਨ ਦੇ ਨਾਲ ਨਾਲ ਆਪਣੇ ਮਨ ਦੀਆਂ ਤਹਿਆਂ ਨੂੰ ਵੀ ਫੋੜੇ ਨਾ, ਜਿੰਨਾ ਅਸੀਂ ਤਨ ਦਾ, ਬੋਡੀ ਦਾ ਦੇਖਦੇ ਹਾਂ, ਸਰੀਰ ਦਾ ਖਿਆਲ ਰੱਖਦੇ ਹਾਂ, ਜੇ ਮਨ ਦੀਆਂ ਤਹਿਆਂ ਨੂੰ ਫੋੜੇ ਤੇ ਬਹੁਤੀਆਂ ਗੱਲਾਂ ਸਾਨੂੰ ਆਪਣੇ ਆਪ ਤੋਂ, ਆਪਣੇ ਆਪ ਨੂੰ ਪਛਾਣਨ ਤੋਂ ਸਾਨੂੰ ਪਤਾ ਲੱਗਣਗੀਆਂ। ਉਹ ਕਿਵੇਂ ਲੱਗਣਗੀਆਂ? ਆਪਣੇ ਮਨ ਦੇ ਸੁਭਾਅ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਸਾਡੀ ਪਕੜ ਵਿੱਚ ਆਉਣੀ ਸ਼ੁਰੂ ਹੋ ਜਾਏਗੀ ਗੱਲ ਕਿ ਸਾਡਾ ਸਫ਼ਰ ਕਿਸ ਦਿਸ਼ਾ ਨੂੰ ਹੈ, ਕਿੱਥੇ ਕਿੱਥੇ ਕੀ ਮੁਸ਼ਕਲ ਹੈ, ਕੀ ਪ੍ਰੋਬਲਮ ਹੈ, ਕੀ ਉਲਝਣ ਹੈ, ਕਿਹੜੀਆਂ ਗੱਲਾਂ ਨੇ ਜਿਹੜੀਆਂ ਸਾਡੀ ਪਰੇਸ਼ਾਨੀ ਤੇ ਦੁੱਖ ਦਾ ਕਾਰਨ ਨੇ, ਕਿਹੜੀਆਂ ਗੱਲਾਂ ਨੇ ਜਿਹੜੀਆਂ ਮੈਨੂੰ ਖੁਸ਼ੀ ਤੇ ਚਾਅ ਦਿੰਦੀਆਂ ਨੇ, ਔਰ ਉਹਨਾਂ ਦਾ ਬੇਸ ਕੀ ਹੈ।
ਸਤਿਗੁਰੂ ਨੇ ਜਦੋਂ ਇਹ ਵਾਕ ਕਿਹਾ ਨਾ, ਬਾਣੀ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ। ਮੈਂ ਕਈ ਵਾਰੀ ਉਦਾਹਰਣ ਦਿੱਤੀ, ਬੰਦੇ ਨੂੰ, ਕਿਸੇ ਨੂੰ ਡਿਪਰੈਸ਼ਨ ਹੋਵੇ, ਜਿੱਥੇ ਉਹਨੂੰ ਮੈਡੀਸਨ ਦਿੱਤੀ ਜਾਂਦੀ ਹੈ ਨਾ, ਉੱਥੇ ਨਾਲ ਉਹਦੀ ਕਾਉਂਸਲਿੰਗ ਕੀਤੀ ਜਾਂਦੀ ਹੈ। ਮਨੋਵਿਸ਼ੇਸ਼ੱਗ, ਮਨੋਵਿਗਿਆਨੀ, ਮਨੋਰੋਗਾਂ ਦੇ ਮਾਹਰ ਡਾਕਟਰ ਜਿਹੜੇ ਨੇ, ਉਹਦੇ ਨਾਲ ਘੰਟਿਆਂ ਬੱਧੀ ਗੱਲਾਂ, ਉਹਦੇ ਅੰਦਰੋਂ ਕੁਰੇਦਣ ਦੀ ਕੋਸ਼ਿਸ਼ ਕਰਦੇ ਵੀ ਕਿਹੜੀ ਗੱਲ ਹੋਏਗੀ ਜਿਹੜੀ ਇਸ ਨੂੰ ਇੰਨੀ ਜ਼ਿਆਦਾ ਚੁਭੀ ਹੈ ਤੇ ਜਿਸ ਨੇ ਇਹਨੂੰ ਇਹਨਾਂ ਚੀਜ਼ਾਂ ਵਿੱਚ ਲਿਜਾ ਸੁੱਟਿਆ। ਉਹ ਤੁਹਾਡੇ ਨਾਲ ਗੱਲ ਕਰਕੇ ਤੁਹਾਡੀਆਂ ਆਦਤਾਂ ਜਾਣਦੇ ਨੇ, ਹਰ ਨਿੱਕੀ ਨਿੱਕੀ ਚੀਜ਼ ਨੂੰ ਨੋਟ ਕਰਦੇ ਜਾਂਦੇ ਨੇ, ਘੰਟਿਆਂ ਬੱਧੀ ਸਮਾਂ ਖਪਾਉਂਦੇ ਨੇ। ਉਹ ਸਰੀਰ ਨਾਲ ਵੀ ਤੇ ਮਨ ਕਰਕੇ ਵੀ, ਦੋਵਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ ਵੀ ਫਿਜ਼ੀਕਲੀ ਵੀ ਇਹਨੂੰ ਆਰਾਮ ਮਿਲੇ ਤੇ ਵੱਡੀ ਪ੍ਰੋਬਲਮ ਜਿਹੜੀ ਸਰੀਰ ਜਿਹੜਾ ਰੋਗੀ ਹੋਇਆ, ਮਨ ਦੇ ਕੁਝ ਬਿਮਾਰੀਆਂ ਕਰਕੇ, ਉਹਨੂੰ ਵੀ ਸਮਝਾਵੇ ਉਹ ਕੀ ਗੱਲ ਹੈ। ਹੁਣ ਤੁਸੀਂ ਵੇਖੋ, ਪਰ ਗੁਰੂ ਸਾਹਿਬ ਜੀ ਦੀ ਬਾਣੀ ਵੀ ਜਿਹੜੇ ਜਦੋਂ ਆਪਾਂ ਰੋਜ਼ ਪੜ੍ਹੀਏ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਮਹਾਰਾਜ ਨੇ ਤਾਂ ਬੜਾ ਸਹਿਲਾ ਸਾਨੂੰ ਇਹ ਗੱਲਾਂ ਸਮਝਾਈਆਂ ਨੇ ਵੀ ਆਪਣੇ ਆਪ ਨੂੰ ਸਮਝ, ਆਪਣੇ ਮਨ ਦੀਆਂ ਤਹਿਆਂ ਫੋੜ, ਆਪਣੇ ਮਨ ਅੰਦਰ ਉਤਰਨ ਦੀ ਕੋਸ਼ਿਸ਼ ਕਰ, ਆਪਣੀ ਟੁੱਟ ਭੱਜ, ਆਪਣੇ ਮਨ ਦੀ ਮੁਰੰਮਤ ਰੋਜ਼ਾਨਾ ਕਰਦਾ ਰਹਿ। ਇਸ ਲਈ ਜਦੋਂ ਅਸੀਂ ਬਾਣੀ ਨੂੰ ਇਸ ਦ੍ਰਿਸ਼ਟੀ ਤੋਂ, ਇਸ ਤਰੀਕੇ ਤੇ ਤਕਨੀਕ ਦੇ ਨਾਲ ਵੀ ਪੜ੍ਹਨਾ ਸ਼ੁਰੂ ਕਰਾਂਗੇ, ਸਾਨੂੰ ਬਹੁਤ ਵੱਡੇ ਲਾਭ ਪਹੁੰਚਣਗੇ। ਤਾਂ ਸਾਨੂੰ ਸਮਝ ਪਏਗੀ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਅੰਦਰ ਦੇ ਰੋਗਾਂ ਨੂੰ ਵੀ ਕਿਵੇਂ ਦੂਰ ਕਰਨ ਦਾ ਬਾਣੀ ਦੇ ਵਿੱਚ ਕਿੰਨਾ ਸੁਖੱਲਾ ਜਿਹਾ ਹੱਲ ਉਹਨਾਂ ਨੇ ਸਾਨੂੰ ਦੱਸਿਆ, ਕਿੰਨਾ ਸੁਖੱਲਾ। ਤੋ ਇਸ ਨੂੰ ਮਹਾਰਾਜ ਕਹਿੰਦੇ ਨੇ, ਜੇ ਕੋ ਚਿੱਤ, ਜਿਹੜਾ ਕੋਈ ਵੀ ਚਿੱਤ ਵਿੱਚ ਲੈ, ਕਿਸੇ ਵੀ ਉਮਰ ਦਾ ਕੋਈ ਵੀ ਪੜਾਅ ਹੋਏ, ਪਰ ਉਹ ਹੈ ਤਾਂ ਤੁਹਾਡੇ ਅੰਦਰ ਹੀ, ਸਾਹਿਬ ਤੇ ਅੰਦਰ ਹੈ, ਪਰ ਤੁਸੀਂ ਉਹਦਾ ਚੇਤਾ ਚਿੰਤਨ ਕਰਨਾ ਹੈ ਜਦੋਂ ਤੁਸੀਂ ਤੁਰ ਪਓ। ਫਿਰ ਨਾਲ ਹੀ ਇਹ ਵੀ ਫਰਮਾਇਆ, ਆਪਣਾ ਲਾਇਆ ਪਿਰਮ ਨਾਲ। ਜੇ ਕੋਈ ਇਹ ਸੋਚਦਾ ਹੈ ਨਾ, ਆਪਣਾ ਲਾਇਆ ਮਤਲਬ ਇਹ ਦਾਵਾ ਨਹੀਂ, ਇਹ ਜ਼ੋਰ ਜ਼ਬਰਦਸਤੀ ਹੱਠ ਦਾ ਕੰਮ ਨਹੀਂ ਹੈ। ਹੁਣ ਮੰਨ ਲਓ ਜਿਵੇਂ ਕਿਸੇ ਨੂੰ ਕਹੀਏ ਵੀ ਤੂੰ ਭਾਈ, ਇੱਕ ਪ੍ਰੇਰਨਾ ਹੀ ਹੁੰਦੀ ਨਾ, ਆਪਾਂ ਇੱਕ ਦੂਜੇ ਨੂੰ ਪ੍ਰੇਰਨਾ ਕਰ ਸਕਦੇ ਹਾਂ ਵੀ ਤੁਸੀਂ ਆਹ ਬਾਣੀ ਪੜ੍ਹੋ, ਆਹ ਸ਼ਬਦ ਪੜ੍ਹੋ, ਆਹ ਚੰਗਾ ਕੰਮ ਕਰੋ, ਆਹ ਚੰਗੀ ਗੱਲ ਸੁਣੋ। ਉਹ ਕਹਿੰਦਾ ਅਜੇ ਕਿਹੜਾ ਉਮਰ ਹੈ, ਕਰ ਲਾਂਗੇ, ਫੇਰ ਦੇਖਾਂਗੇ ਅਜੇ। ਜਾਨੀ ਕਿ ਅਸੀਂ ਉਹਦੇ ਲਈ ਸਾਡੇ ਕੋਲ ਬੜੇ ਤਰਕ ਹੁੰਦੇ ਨੇ ਇਹਨਾਂ ਗੱਲਾਂ ਲਈ। ਜਦੋਂ ਅਸੀਂ ਕਿਸੇ ਕੰਮ ਤੋਂ ਭੱਜਣਾ ਹੋਵੇ ਤੇ ਉਹਦੇ ਲਈ ਅਸੀਂ ਬਹੁਤ ਇੱਕ ਤਰ੍ਹਾਂ ਦਾ ਨੈਰੇਟਿਵ ਸਿਰਜ ਲੈਂਦੇ ਹਾਂ, ਆਪਣੀ ਇੱਕ ਸਿਚੁਏਸ਼ਨ ਕ੍ਰੀਏਟ ਪਹਿਲਾਂ ਹੀ ਕਰਕੇ ਰੱਖਦੇ ਹਾਂ। ਉਹਦੇ 'ਚ ਅਸੀਂ ਆਰਗੂਮੈਂਟ ਵੀ ਰੱਖਿਆ ਹੁੰਦਾ ਹੈ, ਉਹਦੇ 'ਚ ਅਸੀਂ ਲੌਜਿਕ ਵੀ ਰੱਖਿਆ ਹੁੰਦਾ ਹੈ, ਉਹਦੇ 'ਚ ਅਸੀਂ ਹੋਰ ਕਈ ਬਹਾਨੇ ਰੱਖੇ ਹੁੰਦੇ ਉਹ ਸਾਰੇ ਸਾਡੇ ਨਿਕੰਮੇਪਨ ਦੀਆਂ ਨਿਸ਼ਾਨੀਆਂ ਹੀ ਨੇ। ਪਰ ਜਿਹਨੂੰ ਪੇਸ਼ ਕਰਨੇ ਆ ਜਾਣ, ਅਗਲਾ ਬੰਦਾ ਕਹਿੰਦਾ ਇਹ ਤਾਂ ਬੜਾ ਬਿਜ਼ੀ ਬੰਦਾ, ਇਹਦੇ ਕੋਲ ਇੰਨਾ ਸਮਾਂ ਕਿੱਥੇ ਹੈ। ਅੱਛਾ, ਜਦੋਂ ਅਸੀਂ ਮਾਨਸਿਕ ਰੋਗੀ ਹੁੰਦੇ ਉਦੋਂ ਕਦੋਂ ਸਮਾਂ ਆਉਂਦਾ ਡਾਕਟਰਾਂ ਕੋਲ ਜਾਣ ਦਾ? ਕਿੰਨਾ ਸਮਾਂ ਹੁੰਦਾ ਫਿਰ ਵੀ ਤਾਂ ਸਮਾਂ ਕੱਢਦੇ ਹਾਂ। ਬਿਮਾਰੀ ਸਮਾਂ ਕਢਾ ਲੈਂਦੀ ਹੈ, ਪ੍ਰੋਬਲਮ ਸਮਾਂ ਵੈਸੇ ਕਿਹਦੇ ਕੋਲ ਹੈ? ਬੰਦਾ ਹਰ ਚੀਜ਼ ਨੂੰ ਸਮਾਂ ਦੇ ਹੀ ਰਿਹਾ ਹੈ ਨਾ। ਤਨ ਰੋਗੀ ਹੋਇਆ, ਡਾਕਟਰ ਕੋਲ ਜਾਣ ਲਈ, ਬੈੱਡ ਰੈਸਟ ਕਰਨ ਲਈ, ਦਵਾਈਆਂ, ਹਰ ਚੀਜ਼ ਲਈ ਸਮਾਂ ਕੱਢਦਾ ਹੈ ਫਿਰ ਬੰਦਾ। ਇਸ ਤਰ੍ਹਾਂ ਹੀ ਹੁੰਦਾ ਹੈ ਨਾ। ਕੋਈ ਹੋਰ ਮੁਸ਼ਕਲ ਜੀਵਨ 'ਚ ਆਣ ਪਵੇ ਤੇ ਉਹਦੇ ਲਈ ਸਮਾਂ ਕੱਢਦਾ ਹੈ, ਹਰ ਚੀਜ਼ ਲਈ। ਤੋ ਉਹ ਜਿਹੜੀ ਚੀਜ਼ ਹੈ, ਸਤਿਗੁਰੂ ਮਹਾਰਾਜ ਉਹਨੂੰ ਕਹਿੰਦੇ ਨੇ ਆਪਣਾ ਲਾਇਆ, ਜ਼ਬਰਦਸਤੀ ਹੱਠ ਕੋਈ ਨਹੀਂ, ਇਹ ਉਹਦੀ ਬਖਸ਼ਿਸ਼ ਹੈ। ਆਪਣਾ ਲਾਇਆ ਪਿਰਮ ਨਾ ਲੱਗਈ। ਤੇਰੇ ਦਾਅਵੇ ਨਾਲ ਇਹ ਮਾਰਗ ਦਾਅਵੇ ਦਾ ਮਾਰਗ ਨਹੀਂ, ਇਹ ਮਾਰਗ ਹੱਠ ਦਾ ਮਾਰਗ ਨਹੀਂ, ਹਉ ਦਾ ਮਾਰਗ ਨਹੀਂ। ਇਹ ਮਾਰਗ ਕਾਹਦਾ ਹੈ? ਬਖਸ਼ਿਸ਼ ਦਾ ਮਾਰਗ। ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੈ ਸਭ ਕੋ। ਭਾਵੇਂ ਲੱਖਾਂ ਕੋਈ ਲੋਚਾ ਕਰੇ, ਇਹਦਾ ਮਤਲਬ ਹੈ ਵੀ ਦਾਅਵੇ ਸਿਰਜੇ, ਆਪਣੇ ਕਰਮ ਕਾਂਡ, ਜਾਂ ਇਹਨੂੰ ਕਹਿ ਲਓ ਹੱਠ, ਜਾਂ ਇਹਨੂੰ ਕਹਿ ਲਓ ਈਗੋ, ਜਾਂ ਇਹਨੂੰ ਕਹਿ ਲਓ ਦਾਅਵੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਲੋਚਾ ਦਾ ਅਰਥ ਇਹ ਹੈ। ਫਿਰ ਅਖੀਰਲੀ ਪੰਕਤੀ ਵਿੱਚ ਫਰਮਾਇਆ, ਕਹਿਣ ਲੱਗੇ, ਇਹ ਪਿਰਮ ਪਿਆਲਾ ਖਸਮ ਕਾ। ਪਿਰਮ ਦਾ ਮਤਲਬ ਹੈ ਮੁਹੱਬਤ, ਪ੍ਰੇਮ ਦਾ।
ਉਹਦੀ ਇਬਾਦਤ ਦਾ ਜਿਹੜਾ ਪ੍ਰੇਮ ਦਾ ਇਹ ਪਿਆਲਾ ਹੈ, ਉਹਦੀ ਜਿਹੜੀ ਇਬਾਦਤ ਹੈ ਸਮਝੋ ਇਹ ਪ੍ਰੇਮ ਦਾ ਪਿਆਲਾ ਹੈ, ਖਸਮ ਦਾ ਪਿਆਲਾ ਹੈ। ਜੈ ਭਾਵੈ ਤੈਂਦੇ, ਜਿਹੜਾ ਉਹਨੂੰ ਭਾ ਜਾਂਦਾ ਹੈ, ਭਾਵ ਜਿਹਦੇ ਉੱਤੇ ਤਰੁੱਠਦਾ ਹੈ, ਉਹਨੂੰ ਉਹ ਬਖਸ਼ ਦਿੰਦਾ ਹੈ। ਜਾਨੀ ਕਿ ਇਬਾਦਤ ਬਖਸ਼ਿਸ਼ ਦਾ ਰਾਹ ਹੈ, ਜ਼ੋਰ ਦਾ ਰਾਹ ਨਹੀਂ। ਦਰਵੇਸ਼ੀ ਜਿਹਦਾ ਉੱਤੇ ਜ਼ਿਕਰ ਹੈ, ਕਿਉਂਕਿ ਆਪਾਂ ਸ਼ਲੋਕਾਂ ਨੂੰ ਲੜੀਵਾਰ ਵਿਚਾਰ ਰਹੇ ਹਾਂ ਨਾ, ਤੇ ਇਸ ਕਰਕੇ ਆਪਣੇ ਸਾਹਮਣੇ ਵੀ ਉਹ ਬਾਬਾ ਸ਼ੇਖ ਫਰੀਦ ਸਾਹਿਬ ਦੇ ਅੰਕਿਤ ਸ਼ਬਦ ਨੇ, ਲਿਖਤ ਸ਼ਬਦ ਨੇ, ਕਿ ਜਿਹੜਾ ਦਰਵੇਸ਼ੀ ਦਾ ਮਾਰਗ ਹੈ ਉਹ ਜ਼ਬਰਦਸਤੀ, ਹੱਠ ਦਾ, ਜ਼ੋਰ ਅਜ਼ਮਾਈ ਦਾ, ਦਾਅਵਿਆਂ ਦਾ ਮਾਰਗ ਹੀ ਨਹੀਂ, ਉਹ ਬਖਸ਼ਿਸ਼ ਦਾ ਮਾਰਗ ਹੈ। ਇੱਥੇ ਜੋ ਵੀ ਵਾਪਰਨਾ ਹੈ ਉਹ ਬਖਸ਼ਿਸ਼ ਹੈ, ਰਹਿਮਤ ਹੈ, ਕਿਰਪਾ ਹੈ। ਤੋ ਅਸੀਂ, ਕਿਉਂਕਿ ਜਿਸ ਵੇਲੇ ਇਹ ਵੀ ਇੱਕ ਧਿਆਨ ਗੋਚਰੀ, ਹਾਂ ਸਮਝਣ ਵਾਸਤੇ ਬੰਦਾ ਕੁਐਸਚਨ ਪੁੱਟ ਕਰ ਸਕਦਾ ਹੈ, ਸਵਾਲ ਕਿਸੇ ਦੇ ਮਨ ਵਿੱਚ ਵੀ ਸਵਾਲ ਪੈਦਾ ਹੋ ਸਕਦਾ, ਇਹ ਕੋਈ ਮਾੜੀ ਗੱਲ ਨਹੀਂ। ਪਰ ਪਹਿਲੀ ਚੀਜ਼ ਪਤਾ ਕੀ ਹੈ, ਜੇ ਤਾਂ ਗੁਰੂ ਤੇ ਯਕੀਨ ਕਰਕੇ, ਗੁਰੂ ਤੇ ਭਰੋਸਾ ਰੱਖ ਕੇ ਤੁਰ ਰਹੇ ਹਾਂ, ਤੇ ਉਸ ਦੀ ਸਿੱਖਿਆ ਤੇ ਸਿੱਖੀ ਨੂੰ ਕਮਾਉਂਦਿਆਂ ਹੋਇਆਂ ਜੇ ਕੋਈ ਮਨ ਵਿੱਚ ਸਵਾਲ ਉਤਪੰਨ ਹੁੰਦਾ ਹੈ, ਉਹਦਾ ਨਿਵਾਰਣ ਹੋ ਜਾਂਦਾ ਹੈ। ਤੁਸੀਂ ਰੈਗੂਲਰ ਜਿਸ ਵੇਲੇ ਅਭਿਆਸ ਕਰਦੇ ਹੋ, ਜਿਸ ਵੇਲੇ ਤੁਸੀਂ ਪ੍ਰੈਕਟਿਸ ਵਿੱਚ ਹੁੰਦੇ ਹੋ। ਹਾਂ, ਜੇ ਪ੍ਰੈਕਟਿਸ ਵਿੱਚ ਹੀ ਨਹੀਂ ਹੋ, ਤੁਸੀਂ ਬਿਲਕੁਲ ਸਾਈਡ ਤੇ ਖੜੇ ਹੋ, ਉਹ ਜਿਹੜੇ ਸਵਾਲ ਨੇ ਉਹਨਾਂ ਦਾ ਨਿਵਾਰਣ ਕਦੇ ਨਹੀਂ ਹੋ ਸਕਦਾ। ਉੱਥੇ ਫਿਰ ਬੰਦਾ ਪਤਾ ਕੀ ਸੋਚਦਾ, ਪਹਿਲਾਂ ਮੈਨੂੰ ਹੱਲ ਕੱਢ ਕੇ ਦਿਓ, ਫਿਰ ਮੈਂ ਤੁਰਨਾ, ਨਹੀਂ ਤੇ ਨਹੀਂ ਤੁਰਨਾ। ਤੁਸੀਂ ਅੰਦਾਜ਼ਾ ਲਾਓਗੇ ਨਾ ਇਸ ਚੀਜ਼ ਦਾ, ਵੀ ਬੰਦਾ ਪ੍ਰੈਕਟਿਸ ਵਿੱਚ ਹੀ ਨਹੀਂ ਪਿਆ, ਇਹ ਚਾਹੁੰਦਾ ਪਹਿਲਾਂ ਸਾਰੇ ਮਸਲੇ ਹੱਲ ਕਰਕੇ ਮੈਨੂੰ ਦਿਓ, ਤੇ ਫਿਰ ਮੈਂ ਡਿਸਾਈਡ ਕਰਾਂਗਾ, ਫੈਸਲਾ ਕਰਾਂਗਾ ਵੀ ਤੁਰਨਾ ਕਿ ਨਹੀਂ ਤੁਰਨਾ। ਇਸ ਤਰ੍ਹਾਂ ਨਹੀਂ ਹੋਏਗਾ। ਤੁਸੀਂ ਅਭਿਆਸ ਵਿੱਚ ਆਓ, ਪ੍ਰੈਕਟਿਸ ਵਿੱਚ ਆਓ, ਤੇ ਫਿਰ ਜੋ ਜੋ ਤੁਹਾਨੂੰ ਲੱਗੇਗਾ ਵੀ ਇੱਥੇ ਪ੍ਰੋਬਲਮ ਹੈ, ਇਹ ਆਹ ਅੜਚਣ ਹੈ, ਇਹਨੂੰ ਕਿਵੇਂ ਦੂਰ ਕੀਤਾ ਜਾਏ, ਜਾਂ ਆਹ ਗੱਲ ਹੈ ਮੇਰੀ ਸਮਝ ਨਹੀਂ ਪੈਂਦੀ, ਉਹਦਾ ਹੱਲ ਹੋ ਜਾਏਗਾ। ਉਹ ਹੋ ਸਕਦਾ ਹੈ ਤੁਸੀਂ ਜਦੋਂ ਅਭਿਆਸ ਕਰੋ, ਪ੍ਰੈਕਟਿਸ ਵਿੱਚ ਆਓ, ਤੇ ਆਪਣੇ ਆਪ ਹੀ ਆਟੋਮੈਟਿਕਲੀ ਉਹਦੀਆਂ ਗੱਲਾਂ ਹੱਲ ਹੋ ਜਾਣ। ਹੋਰ ਸੰਸਾਰ ਦੇ ਜਿੰਨੇ ਵੀ ਫੀਲਡ ਨੇ ਤੁਸੀਂ ਵੇਖੋ, ਉਹਦੇ ਵਿੱਚ ਪ੍ਰੈਕਟਿਸ ਨਾਲ ਵੀ ਬਹੁਤੇ ਮਸਲੇ ਹੱਲ ਹੁੰਦੇ ਨੇ। ਤੇ ਇਸ ਵਾਸਤੇ ਜਿੱਥੇ ਥਿਊਰੀ ਹੁੰਦੀ ਹੈ ਉੱਥੇ ਪ੍ਰੈਕਟੀਕਲ ਵੀ ਹੁੰਦਾ ਹੈ। ਔਰ ਬਹੁਤਾਤ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਥਿਊਰੀ ਬਹੁਤ ਪੜ੍ਹੀ ਹੈ, ਪ੍ਰੈਕਟੀਕਲ ਕੋਈ ਨਹੀਂ, ਉਹਨਾਂ ਦੀ ਥਿਊਰੀ ਕਿਸੇ ਵੀ ਕੰਮ ਨਹੀਂ ਆਉਂਦੀ। ਇੱਕ ਉਹ ਬੰਦੇ ਜਿਨ੍ਹਾਂ ਥਿਊਰੀ ਦੇ ਉੱਤੇ ਸਮਾਂ ਘੱਟ ਹੀ ਲਾਇਆ ਹੁੰਦਾ ਭਾਵੇਂ, ਪਰ ਉਹਨਾਂ ਦਾ ਪ੍ਰੈਕਟੀਕਲ ਇੰਨਾ ਜ਼ਿਆਦਾ ਤੇ ਕਾਰਗਰ ਹੁੰਦਾ ਹੈ ਵੀ ਥਿਊਰੀ ਵਾਲੇ ਵਿਚਾਰੇ ਉੱਥੇ ਹੀ ਖੜੇ ਰਹਿ ਜਾਂਦੇ ਨੇ, ਪ੍ਰੈਕਟੀਕਲ ਵਾਲੇ ਕਿਤੇ ਪਹੁੰਚ ਜਾਂਦੇ। ਤੋ ਗਰੀਬ ਨਵਾਜ਼ ਨੇ ਇਸ ਕਰਕੇ ਫਰਮਾਇਆ ਹੈ, ਖਸਮ ਦਾ, ਪਿਆਰੇ ਦਾ, ਇਹ ਮੁਹੱਬਤ ਦਾ, ਬਖਸ਼ਿਸ਼ ਦਾ ਪਿਆਲਾ ਹੈ। ਜਿਸ ਉੱਤੇ ਤਰੁੱਠਦਾ ਉਸ ਨੂੰ ਇਹ ਦਾਤ ਹਾਸਲ ਹੁੰਦੀ, ਤੇ ਉਸ ਦੀ ਬਖਸ਼ਿਸ਼ ਨੂੰ ਲੈਣ ਵਾਸਤੇ ਆਪਣੇ ਆਪ ਨੂੰ ਸਮਰਪਣ ਕਰਨਾ ਪੈਂਦਾ। ਐਸਾ ਨਹੀਂ ਵੀ ਉਹ ਭੇਦਭਾਵ ਕਰਦਾ, ਅਜਿਹਾ ਨਹੀਂ। ਉਹਦਾ ਅੱਗੇ ਜਾ ਕੇ ਜ਼ਿਕਰ ਆਏਗਾ ਵੀ ਬਖਸ਼ਿਸ਼ ਸਭਨਾਂ ਉੱਤੇ ਇੱਕੋ ਜਿਹੀ ਹੈ, ਪਰ ਉਹਨੂੰ ਮਾਣਦਾ ਕੌਣ ਹੈ। ਤੋ ਅਗਲੇਰੇ ਸ਼ਲੋਕ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਫਰਮਾਉਂਦੇ ਨੇ, ਫਰੀਦਾ ਜਿਨ ਲੋਇਣ ਜਗ ਮੋਹਿਆ, ਸੇ ਲੋਇਣ ਮੈਂ ਡਿਠ, ਕੱਜਲ ਰੀਕ ਨਾ ਸਹੰਦਿਆ, ਸੇ ਪੰਖੀ ਸੋਏ ਬਹਿਠ। ਜ਼ਿਕਰ ਕਰਦੇ ਨੇ ਕਿਉਂਕਿ ਲੜੀਵਾਰ ਸ਼ਲੋਕਾਂ ਦਾ ਜੋ ਪਿੱਛੇ ਭਾਵ ਚੱਲ ਰਿਹਾ ਹੈ, ਜਿੱਥੇ ਕਿਹਾ ਸੀ ਫਰੀਦਾ ਕੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸ਼ਾਖ ਪਕੰਦੀ ਆਈਆ ਹੋਰ ਕਰਿੰਦੀ ਵਨ। ਵੀ ਸਰੀਰ ਜਿਹੜਾ ਹੈ ਜਦੋਂ ਉਮਰ ਦਰਾਜ਼ ਹੋ ਜਾਂਦਾ ਹੈ ਤੇ ਸਰੀਰ ਦੇ ਅੰਗ ਸਿਥਲ ਕਮਜ਼ੋਰ ਹੋ ਜਾਂਦੇ ਨੇ, ਰੋਗ ਉੱਠਦੇ ਨੇ, ਸਰੀਰ ਦੇ ਅੰਗ ਨਕਾਰੇ ਹੋਣੇ ਸ਼ੁਰੂ ਹੋ ਜਾਂਦੇ ਨੇ, ਰੋਗ ਗ੍ਰਸਤ ਹੁੰਦੇ ਨੇ। ਉਹ ਸਾਰੀਆਂ ਚੀਜ਼ਾਂ ਦੀ ਲਗਾਤਾਰ ਇੱਕ ਦੱਸ ਰਹੇ ਨੇ ਵੀ ਹਸ਼ਰ ਇਹ ਸਰੀਰ ਕੀ ਹੈ, ਸਰੀਰ ਦਾ ਓੜਕ ਕੀ ਹੈ। ਤੋ ਉੱਥੇ ਜਾ ਕੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਅੱਖੀ ਦੇਖ ਪਤੀਣੀਆਂ। ਇੱਥੇ ਸ਼ਬਦ ਫਰਮਾਇਆ ਹੈ ਫਰੀਦਾ ਜਿਨ ਲੋਇਣ ਜਗ ਮੋਹਿਆ। ਜਗਤ ਨੂੰ ਵੇਖਦਿਆਂ ਹੋਇਆਂ ਤੂੰ ਮੋਹਿਤ ਹੋ ਗਿਆ ਅੱਖਾਂ ਨਾਲ ਸੰਸਾਰ, ਸਾਨੂੰ ਰੂਪ ਰੰਗ ਆਕਾਰ ਹਰ ਚੀਜ਼, ਸੰਸਾਰ ਦੀ ਹਰ ਇੱਕ ਚੀਜ਼ ਰੂਪ ਰੰਗ ਆਕਾਰ ਵੇਖਣ ਦੀ ਜਿਹੜੀ ਤਲਬ ਹੈ, ਸਾਰੀ ਜ਼ਿੰਦਗੀ ਵੇਖਦੇ,
ਯਥਾ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਨਾ ਵੀ ਅੱਖੀਂ ਵੇਖ ਨਾ ਰਜੀਆਂ ਬਹੁ ਰੰਗ ਤਮਾਸ਼ੇ। ਸੈਟਿਸਫੈਕਸ਼ਨ ਜਿਸ ਨੂੰ ਆਪਾਂ ਕਹਿੰਦੇ ਹਾਂ, ਰੱਜਣ ਦਾ ਮਤਲਬ ਸੈਟਿਸਫੈਕਸ਼ਨ, ਸੰਤੁਸ਼ਟੀ। ਮੈਂ ਸੰਸਾਰ ਨੂੰ ਵੇਖਣਾ ਚਾਹੁੰਦਾ ਹਾਂ, ਸੰਸਾਰ ਦੇ ਰੰਗ ਵੇਖਣਾ ਚਾਹੁੰਦਾ ਹਾਂ, ਦੁਨੀਆ ਦੇ ਤਮਾਸ਼ੇ ਵੇਖਣ ਦੀ ਤਲਬ ਹੈ। ਇਸ ਕਰਕੇ ਉਹ ਜਿਹੜੇ ਤਮਾਸ਼ੇ ਦੁਨੀਆ ਦੇ, ਉਹਨਾਂ ਦੇ ਵਿੱਚ ਕਿਤੇ ਸੈਟਿਸਫੈਕਸ਼ਨ ਬੰਦੇ ਨੂੰ ਹੁੰਦੀ ਹੈ, ਇੱਥੇ ਨਹੀਂ ਉੱਥੇ, ਉੱਥੇ ਨਹੀਂ ਉੱਥੇ, ਉੱਥੇ ਨਹੀਂ ਉੱਥੇ। 1000 ਸਾਲ ਦੀ ਜ਼ਿੰਦਗੀ ਵੀ ਹੋਵੇ, ਉਹ ਵੀ ਥੋੜ੍ਹੀ ਹੋਏਗੀ। ਅੱਖਾਂ ਸਲਾਮਤ ਰਹਿਣ ਤੇ ਤਾਂ ਵੀ ਸੰਸਾਰ ਦੇ ਰੰਗ ਤਮਾਸ਼ੇ ਬੜੇ ਥੋੜ੍ਹੇ ਹੀ ਹੋਣਗੇ, ਸਾਡੇ ਲਈ ਵਾਧੂ ਨਹੀਂ ਹੋਣਗੇ, ਅਕੇਵਾਂ ਨਹੀਂ ਹੋਏਗਾ। ਨਵੇਂ ਤੋਂ ਨਵੇਂ ਘੜਦੇ ਜਾਵਾਂਗੇ ਰੰਗ ਮੰਚ, ਔਰ ਉਹਨਾਂ ਨੂੰ ਵੇਖਦੇ ਜਾਵਾਂਗੇ। ਇਹਦਾ ਭਾਵ ਹੈ ਵੀ ਇੱਕ ਭੁੱਖ ਹੈ ਸਾਡੇ ਸਰੀਰ ਦੇ ਇੰਦਰੀਆਂ ਦੀ, ਉਹ ਲਗਾਤਾਰ ਬਰਕਰਾਰ ਰਹਿੰਦੀ, ਔਰ ਤਕਰੀਬਨ ਉਹ ਤ੍ਰਿਸ਼ਨਾਲੂ ਰੋਗ ਅਧੀਨ ਵੱਧਦੀ ਰਹਿੰਦੀ ਹੈ, ਘਟਣ ਦੀ ਬਜਾਏ। ਤਾਂ ਜਦੋਂ ਸੰਤੁਸ਼ਟੀ ਨਹੀਂ ਹੈ, ਯਾਨੀ ਕਿ ਇੱਕ ਐਸੀ ਦੌੜ ਵਿੱਚ ਆਸੀ ਜਿਹਦਾ ਕੋਈ ਅੰਤ ਹੀ ਨਹੀਂ, ਲਗਾਤਾਰ ਰੈਗੂਲਰ। ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ। ਮੈਂ ਉਹਨਾਂ ਆਪਣੀਆਂ ਅੱਖਾਂ ਨੂੰ ਵੇਖਦਾ ਜਿਹੜੀਆਂ ਸੰਸਾਰ ਨੂੰ ਵੇਖਦੀਆਂ ਤੇ ਸੰਸਾਰ ਉਹਨਾਂ ਨੂੰ ਚੰਗਾ ਲੱਗਦਾ ਸੀ, ਹਰ ਚੀਜ਼ ਚੰਗੀ ਲੱਗਦੀ ਸੀ ਵੇਖਦਿਆਂ ਹੋਇਆਂ। ਅੱਜ ਮੈਂ ਆਪਣੀਆਂ ਅੱਖਾਂ ਵੱਲ ਵੇਖਦਾ ਤੇ ਮੈਂ ਮਹਿਸੂਸ ਕਰਦਾ ਕੱਜਲ ਰੇਖ ਨਾ ਸਹਿੰਦਿਆਂ, ਸੁਰਮੇ ਦੀ ਧਾਰ ਨਹੀਂ ਸਨ ਸਹਿੰਦੀਆਂ ਕਦੀ। ਵੇਖੋ ਕਿੱਡਾ ਖੂਬਸੂਰਤ ਪ੍ਰਮਾਣ ਦਿੱਤਾ। ਬੱਚਿਆਂ ਦੀ ਅੱਖ ਵਿੱਚ ਮਾਵਾਂ ਸੁਰਮਾ ਪਾਇਆ ਕਰਦੀਆਂ ਸਨ। ਆਪਾਂ ਤਕਰੀਬਨ ਜਿੰਨੇ ਬੈਠੇ ਹਾਂ, ਜਿਨ੍ਹਾਂ ਨੇ ਪੰਜਾਬ ਦਾ ਉਹ ਮਾਹੌਲ ਹੰਢਾਇਆ, ਨਵਾ ਧਵਾ ਕੇ ਮਾਵਾਂ ਨੇ ਕੱਪੜੇ ਪਾ ਕੇ, ਸਾਫ ਸਿਰ ਵਾਹ ਕੇ, ਜੂੜਾ ਕਰਕੇ, ਪਟਕਾ ਬੰਨ੍ਹ ਕੇ ਤੇ ਸੁਰਮਾ ਪਾਉਣਾ, ਤੇ ਕਈ ਵਾਰ ਭੱਜਣਾ ਤੇ ਸੁਰਮਾ ਨਹੀਂ ਪਾਉਣਾ। ਕਿਉਂ? ਇੱਕਦਮ ਅੱਖ ਵਿੱਚੋਂ ਰੜਕਦਾ ਜਦੋਂ ਸੁਰਮਚੂ ਅੱਖ ਦੇ ਵਿੱਚ ਫਿਰਦਾ। ਅੱਖ ਸਹਿੰਦੀ ਨਹੀਂ ਸੀ। ਇੱਕ ਵਾਰ ਤਾਂ ਐਵੇਂ ਲੱਗਦਾ, ਠੰਡਾ ਜਿਹਾ ਲੱਗਦਾ ਸੀ। ਅੱਖ ਜਿਸ ਵੇਲੇ ਸੁਰਮਚੂ ਫਿਰ ਜਾਂਦਾ ਸੀ, ਇੱਕਦਮ ਕਈ ਵਾਰ ਰੋ ਵੀ ਪਈਦਾ ਸੀ ਸੁਰਮਾ ਪਾਉਣ ਤੋਂ, ਕਿ ਉਹ ਅੱਖ ਨੂੰ ਉਹ ਇੱਕ ਵਾਰ ਰੜਕਦਾ ਜ਼ਰੂਰ ਹੈ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ, ਜਿਹੜੀ ਅੱਖ ਕਦੇ ਕੱਜਲ ਸੁਰਮੇ ਦੀ ਧਾਰ ਨਹੀਂ ਸੀ ਨਾ ਸਹਿੰਦੀ, ਇਸ ਅੱਖ ਦਾ ਹਸ਼ਰ ਕੀ ਹੋ ਜਾਂਦਾ ਹੈ। ਕਿਸੇ ਮਨੁੱਖ ਦਾ ਜਿਸਮ ਦਾ ਜਿਹੜਾ ਉਤਲਾ ਹਿੱਸਾ ਹੈ ਉਹ ਕੰਗਾਲ ਪਿਆ ਹੋਇਆ, ਕੰਕਾਲ ਪਿਆ ਹੋਇਆ ਸੀ, ਪਿੰਜਰ ਪਿਆ ਹੋਇਆ ਸੀ ਕਬਰਸਤਾਨ ਵਿੱਚ, ਤੇ ਪੰਛੀਆਂ ਨੇ ਉਹਦੇ ਨਾ ਆਹ ਜਿਹੜਾ ਜਬਾੜਾ ਹੈ, ਆਹ ਜਿਹੜਾ ਸਾਰਾ ਪਾਰਟ ਹੈ ਸਾਡਾ ਮੂੰਹ, ਇਹਦੇ ਵਿੱਚ ਆਲਣਾ ਪਾਇਆ ਹੋਇਆ, ਨਿੱਕੇ ਨਿੱਕੇ ਬੋਟ ਉਹਦੇ ਵਿੱਚ। ਬਾਬਾ ਸ਼ੇਖ ਫਰੀਦ ਸਾਹਿਬ ਇੱਕ ਉਦਾਹਰਨ ਦਿੰਦੇ ਨੇ, ਇਹ ਉਹੀ ਅੱਖਾਂ ਨੇ ਜਿਹੜੀਆਂ ਸੁਰਮੇ ਦੀ ਧਾਰ ਨਹੀਂ ਸਨ ਸਹਿੰਦੀਆਂ। ਇਹ ਉਹੀ ਨੇਤਰ ਨੇ ਜਿਹੜੇ ਰੱਜਦੇ ਨਹੀਂ ਸੀ ਜਗਤ ਨੂੰ ਵੇਖ ਵੇਖ ਕੇ। ਇਹ ਉਹੀ ਚੀਜ਼ਾਂ ਨੇ ਜਿਹੜੀਆਂ ਵੇਖਿਆ ਤੇ ਮੋਹੀਆਂ ਗਈਆਂ, ਬੰਦੇ ਨੂੰ ਕਿੱਥੇ ਦੀ ਕਿੱਥੇ ਲੈ ਗਈਆਂ। ਪਰਾਏ ਰੂਪ ਤੱਕਦੀਆਂ ਸਨ, ਵੈਰ ਭਾਵ ਨਾਲ ਤੱਕਦੀਆਂ ਸਨ, ਈਰਖਾ ਦਵੈਸ਼ ਦੀ ਦ੍ਰਿਸ਼ਟੀ ਨਾਲ ਵੇਖਦੀਆਂ ਸਨ। ਇਹਨਾਂ ਅੱਖਾਂ ਦੇ ਨਾਲ ਉਹ ਕੁਝ ਵੀ ਇਕੱਠਾ ਕੀਤਾ, ਜ਼ਹਿਰ ਤੇ ਕੱਜਲ ਦੀ ਧਾਰ, ਸੁਰਮੇ ਦੀ ਧਾਰ ਨਹੀਂ ਸਨ ਸਹਿੰਦੀਆਂ। ਅੱਜ ਵੇਖੋ, ਸਰੀਰ ਪਿੰਜਰ, ਪ੍ਰਾਣ ਪੰਖੀਰੂ ਪਹਿਲੋਂ ਉੱਡੇ, ਹੱਡ ਮਾਸ ਚਮ ਉੱਡ ਗਿਆ, ਸਾਰਾ ਕੁਝ ਐਨ ਖਾਲੀ ਪਿੰਜਰੇ ਦੇ ਵਿੱਚ ਨਿੱਕੇ ਨਿੱਕੇ ਪੰਛੀਆਂ ਨੇ ਆਲਣੇ ਪਾਏ ਹੋਏ ਨੇ। ਸੇ ਪੰਖੀ ਸੋਏ ਬਹਿਠ, ਬੈਠੇ ਹੋਏ ਨੇ। ਯਾਨੀ ਕਿ ਇਸ ਉਦਾਹਰਨ ਨਾਲ ਦੱਸਿਆ ਹੈ ਹਸ਼ਰ ਕੀ ਹੋਇਆ। ਊੜਕ ਨੂੰ ਇਹ ਨਾਸ਼ਵੰਤ ਦੇਹੀ ਹੈ ਤੇ ਇਹਦਾ ਇਹ ਹਸ਼ਰ ਹੁੰਦਾ। ਫਿਰ ਅੱਗੇ ਜਾ ਕੇ ਫਰਮਾਉਂਦੇ ਨੇ, ਫਰੀਦਾ ਕੂਕਿੰਦਿਆਂ ਚਾਂਗਿੰਦਿਆਂ ਮਤੀ ਦਿੰਦਿਆਂ ਨਿਤ, ਜੋ ਸ਼ੈਤਾਨ ਵੰਝਾਇਆ ਸੇ ਕਿਤ ਫੇਰੈ ਚਿਤ। ਇਹ ਫਰੀਦ ਮੱਤਾਂ ਦਿੰਦਿਆਂ, ਸਮਝਾਉਂਦਿਆਂ, ਦੱਸਦਿਆਂ, ਮੱਤਾਂ ਦਿੰਦਿਆਂ ਤੇ ਰੌਲਾ ਵੀ ਪਾਉਂਦੇ ਆ। ਜਿਹਨੂੰ ਆਪਾਂ ਕਈ ਵਾਰ ਕਹਿ ਦੇ ਨਾ ਚਾਂਗਰਾਂ ਮਾਰਦੇ ਆ। ਇੱਕ ਹੁੰਦਾ ਕਿਸੇ ਨੂੰ ਠਰੰਮੇ ਨਾਲ ਕੋਲ ਬੈਠਾ ਬੰਦਾ ਨੂੰ ਕਹੀ ਵੀ ਆਹ ਗੱਲ ਐਵੇਂ ਨਹੀਂ, ਐਵੇਂ ਹੁੰਦੀ ਹੈ, ਉਹਨੂੰ ਆਪਾਂ ਕਹਿੰਦੇ ਸਮਝਾਉਣਾ, ਮੱਤ ਦੇਣੀ। ਇੱਕ ਬੰਦਾ ਜਾ ਰਿਹਾ ਹੋਵੇ ਤੇ ਸਾਨੂੰ ਪਤਾ ਹੋਵੇ ਵੀ ਅੱਗੇ ਇਹਨੇ
ਡੂੰਘੀ ਖੱਡ 'ਚ ਡਿੱਗ ਪੈਣਾ। ਆਪਾਂ ਦੂਰ ਖੜੇ ਹੋਈਏ, ਸਾਨੂੰ ਪਤਾ ਲੱਗ ਰਿਹਾ, ਉਹਨੂੰ ਨਹੀਂ ਲੱਗ ਰਿਹਾ। ਉੱਚੀ ਫਿਰ ਬੰਦਾ ਇੰਨੀ ਦੂਰੋਂ ਨੇੜੇ ਤਾਂ ਪਹੁੰਚਣੋਂ ਰਿਹਾ, ਉਹਨੂੰ ਲੱਗਦਾ ਵੀ ਮੇਰਾ ਡਿਸਟੈਂਸ ਜ਼ਿਆਦਾ ਹੈ, ਉਹਦਾ ਘੱਟ ਹੈ ਉਸ ਖੱਡ ਤੱਕ। ਬੰਦਾ ਫਿਰ ਉੱਚੀ ਹੱਥ ਲਾ ਕੇ ਚੀਕਾਂ ਮਾਰਦਾ, ਰੌਲਾ ਪਾਉਂਦਾ ਵੀ ਕਿਸੇ ਤਰ੍ਹਾਂ ਬਚ ਜਾਏ ਬੰਦਾ। ਗੁਰੂ ਮੱਤ ਵੀ ਦਿੰਦਾ ਹੈ, ਨੇਕ ਪੁਰਖ ਜਿਹੜੇ ਨਾ ਸਾਨੂੰ ਮੱਤ ਵੀ ਦਿੰਦੇ ਨੇ, ਤੇ ਕਈ ਵਾਰ ਪੁਕਾਰ ਵੀ ਕਰਦੇ ਨੇ, ਕਿਉਂਕਿ ਉਹਨਾਂ ਨੂੰ ਉਹ ਦਿਸ ਰਿਹਾ ਹੁੰਦਾ ਜੋ ਸਾਨੂੰ ਨਹੀਂ ਦੀਦਾ। ਸਾਨੂੰ ਉਹ ਕੁਝ ਨਜ਼ਰ ਨਹੀਂ ਆ ਰਿਹਾ ਜੋ ਨੇਕ ਪੁਰਖਾਂ ਨੂੰ ਨਜ਼ਰ ਆ ਰਿਹਾ ਹੁੰਦਾ। ਫਿਰ ਵੀ ਅਸੀਂ ਉਹਨਾਂ ਦੀ ਗੱਲ ਤੇ ਕੰਨ ਨਹੀਂ ਧਰਦੇ। ਸਾਨੂੰ ਲੱਗਦਾ ਵਾਧੂ ਗੱਲ ਹੈ, ਫਾਲਤੂ ਗੱਲ ਹੈ। ਇਹਨਾਂ ਗੱਲਾਂ ਦਾ ਕੀ ਮਤਲਬ ਹੈ? ਕੀ ਕੱਢਣਾ ਇਹਨਾਂ ਗੱਲਾਂ ਚੋਂ? ਕੀ ਪ੍ਰਾਪਤੀ ਹੈ ਇਹਦੇ ਚੋਂ? ਮੈਨੂੰ ਬੈਨੀਫਿਟ, ਸਾਡੇ ਲਈ ਜਿਹੜਾ ਬੈਨੀਫਿਟ ਹੈ ਨਾ, ਲਾਭ, ਬੈਨੀਫਿਟ ਤੇ ਲਾਭ ਦੇ ਅਰਥ ਬਸ ਪਦਾਰਥ ਹੀ ਨੇ। ਇਸ ਤੋਂ ਬਾਅਦ ਕੋਈ ਬੈਨੀਫਿਟ ਨੂੰ ਅਸੀਂ ਪ੍ਰਵਾਨ ਹੀ ਨਹੀਂ ਕਰਦੇ। ਸਾਡੇ ਪੈਮਾਨੇ ਵਿੱਚ ਦੂਜਾ ਕੋਈ ਬੈਨੀਫਿਟ ਹੈ ਹੀ ਨਹੀਂ। ਸਾਡੀ ਡਿਕਸ਼ਨਰੀ ਵਿੱਚ, ਜਿਹੜੀ ਸਾਡੀ ਲਾਈਫ ਦੀ ਡਿਕਸ਼ਨਰੀ, ਉਹਦੇ ਵਿੱਚ ਬੈਨੀਫਿਟ ਦੇ ਅਰਥ ਕੀ ਨੇ? ਤੁਸੀਂ ਆਏ ਹੋ ਤੇ ਕੀ ਲੈ ਕੇ ਆਏ ਹੋ, ਚੱਲੇ ਹੋ ਤੇ ਕੀ ਦੇ ਕੇ ਚੱਲੇ ਹੋ। ਪ੍ਰਾਪਤੀ, ਉੱਥੇ ਪ੍ਰਾਪਤੀ ਕਿਸ ਦ੍ਰਿਸ਼ਟੀ ਨਾਲ ਵੇਖੀ ਜਾਂਦੀ ਹੈ? ਮੈਨੂੰ ਕੀ ਮਿਲ ਰਿਹਾ ਹੈ ਤੇ ਮੈਨੂੰ ਜੋ ਮਿਲਣਾ ਚਾਹੀਦਾ ਉਹਦੀ ਮੇਰੇ ਕੋਲ ਲਿਸਟ ਹੈ। ਧਨ, ਦੌਲਤ, ਪਦਾਰਥ, ਵਸਤੂ, ਤਰੱਕੀ ਦੇ ਵੀ ਆਪਣੇ ਅਰਥ ਨੇ ਸਾਡੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਨੂੰ ਪੜ੍ਹਾਈਆਂ ਗਈਆਂ ਨੇ, ਜਿਹੜੀਆਂ ਦੱਸੀਆਂ ਗਈਆਂ ਨੇ, ਜਿਨ੍ਹਾਂ ਦੀ ਮੈਂ ਲਿਸਟ ਆਪਣੇ ਮਨ 'ਚ ਤਿਆਰ ਕਰੀ, ਆਪਾਂ ਉਹਨੂੰ ਕਹਿੰਦੇ ਨਾ ਵੀ ਮੇਰੀ ਹੁਣ ਲਾਈਫ ਸੈੱਟ ਹੋ ਗਈ। ਇਹ ਕੇਵਲ ਬਾਹਰ ਕੁਝ ਚੀਜ਼ਾਂ ਤੱਕ ਆਪਾਂ ਸੀਮਤ ਰੱਖ ਕੇ, ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਦੀ ਲੋੜ ਨਹੀਂ, ਪਰ ਉਹਨਾਂ ਨੂੰ ਹੀ ਲਾਈਫ ਸਮਝ ਲੈਣਾ ਬੜੀ ਵੱਡੀ ਭੁੱਲ ਹੈ। ਪ੍ਰੋਬਲਮ ਹੀ ਇੱਥੇ ਹੈ। ਇਸ ਕਰਕੇ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਫਰੀਦਾ ਕੋ ਕਹਿੰਦਿਆਂ ਚਾਂ ਗੇਂਦਿਆਂ, ਮੱਤੀ ਦਿੰਦਿਆਂ ਨਿਤ ਰੋਜ਼ ਮੱਤਾਂ ਦਿੰਦਿਆਂ, ਕੂਕਾਂ ਮਾਰਦਿਆਂ, ਚਾਂਗਰਾਂ ਉੱਚੀ ਉੱਚੀ ਪੁਕਾਰ ਕਰਕੇ ਸਮਝਾਉਂਦਿਆਂ, ਦੱਸਦਿਆਂ ਇਸ ਮਨੁੱਖ ਨੂੰ ਯਤਨ ਕੀਤਾ ਜਾਂਦਾ ਹੈ ਵੀ ਇਹ ਕਿਸੇ ਤਰ੍ਹਾਂ ਆਪਣੀਆਂ ਉਹਨਾਂ ਉਲਝਣਾਂ ਤੋਂ ਖਲਾਸੀ ਪਾਏ, ਮੁਕਤੀ ਪਾਏ ਜਿਨ੍ਹਾਂ 'ਚ ਫਸਿਆ ਤੇ ਫਾਥਿਆ ਹੋਇਆ। ਪਰ ਫਿਰ ਵੀ ਕਹਿੰਦੇ ਨੇ ਜੋ ਸ਼ੈਤਾਨ ਵੰਝਾਇਆ ਸੇ ਕਿਤ ਫੇਰੈ ਚਿੱਤ, ਜਿਨ੍ਹਾਂ ਨੂੰ ਬਦੀ ਨੇ ਪੂਰੀ ਤਰ੍ਹਾਂ ਨਾਲ ਗਰਾਸ ਲਿਆ ਹੋਵੇ, ਜਿਨ੍ਹਾਂ ਦਾ ਅਭਿਆਸ ਹੀ ਮੰਦੇ ਕਰਮ ਦਾ ਇੰਨਾ ਹੀ ਡੂੰਘਾ ਹੋ ਗਿਆ ਹੋਵੇ, ਉਹ ਕਦੋਂ ਚਿੱਤ ਫੇਰਦੇ ਨੇ ਵਾਪਸ? ਉਹ ਕਦੋਂ ਮੁੜਦੇ ਨੇ? ਉਹ ਕਦੋਂ ਦੂਜੇ ਪਾਸੇ ਦੀ ਗੱਲ ਵੱਲ ਧਿਆਨ ਕਰਦੇ ਨੇ? ਉਹਨਾਂ ਨੇ ਆਪਸ਼ਨ ਹੀ ਨਹੀਂ ਰੱਖੀ। ਉਹਨਾਂ ਨੇ ਆਪਸ਼ਨ ਨਹੀਂ ਰੱਖੀ। ਗੱਲ ਥੋੜੀ ਜਿਹੀ ਡੂੰਘੀ ਆ, ਸਮਝਣ ਵਾਲੀ। ਤੁਸੀਂ ਵੇਖੋ ਕਈ ਬੰਦੇ ਜਿਨ੍ਹਾਂ ਨੂੰ ਸਮਾਜ ਤੇ ਪਰਿਵਾਰ ਵੀ ਕਹਿੰਦਾ ਬੜੇ ਵਿਗੜੇ ਬੰਦੇ, ਇਹ ਨਹੀਂ ਸੁਧਰ ਸਕਦੇ, ਉਹ ਸੁਧਰ ਜਾਂਦੇ ਨੇ। ਲੋਕ ਕਹਿੰਦੇ ਇਹ ਤਾਂ ਕਰਾਮਾਤ ਵਾਲੀ ਗੱਲ ਹੈ, ਇਹ ਹੋ ਨਹੀਂ ਸੀ ਸਕਦਾ। ਇਹ ਬੰਦਾ ਵੀ ਮੋੜਾ ਖਾ ਗਿਆ। ਕਾਰਨ ਹੁੰਦਾ ਹੈ ਉਹਨਾਂ ਦੀ ਲਾਈਫ 'ਚ, ਉਹਨਾਂ ਦੇ ਮਨ 'ਚ, ਉਹਨਾਂ ਦੀ ਸੁਰਤ 'ਚ ਕਿਤੇ ਨਾ ਕਿਤੇ ਆਪਸ਼ਨ ਪੜ ਰਹੀ ਹੁੰਦੀ ਹੈ। ਮੌਕਾ ਬਣਿਆ, ਸਿਚੁਏਸ਼ਨ ਬਣੀ, ਕਿਸੇ ਮੋੜ ਤੇ ਜਾ ਕੇ ਉਸ ਰਾਹ ਦੇ ਉੱਤੇ ਉਹਨਾਂ ਨੂੰ ਲੱਗਿਆ ਵੀ ਨਹੀਂ, ਟਰੈਕ ਬੜਾ ਮਾੜਾ ਹੈ, ਇਹਦਾ ਖਾਤਮਾ ਬੜੀ ਬੁਰੀ ਤਰ੍ਹਾਂ ਹੋਏਗਾ। ਚੇਂਜ ਹੋ ਗਿਆ, ਟਰੈਕ ਨਾਲ ਸੀ, ਬਦਲ ਗਿਆ। ਤੇ ਜਰਾ ਸੋਚੋ, ਜਿਹਨੇ ਨਾਲ ਆਪਸ਼ਨ ਰੱਖੀ ਨਾ ਹੋਵੇ ਕੋਈ, ਉਹ ਜੇ ਮੋੜ ਕੱਟੇਗਾ ਵੀ ਤਾਂ ਕਿੱਧਰ ਨੂੰ ਜਾਏਗਾ? ਉਹਦੇ ਕੋਲ ਤਾਂ ਆਪਸ਼ਨ ਹੀ ਕੋਈ ਨਹੀਂ, ਉਹਦੇ ਕੋਲ ਬਦਲਵਾਂ ਪ੍ਰਬੰਧ ਹੀ ਕੋਈ ਨਹੀਂ। ਇਸੇ ਲਈ ਕਿਹਾ ਜਾਂਦਾ ਹੈ ਚੰਗੀ ਗੱਲ ਸੁਣੋ ਵੀ, ਚੰਗੀ ਗੱਲ ਕਰੋ ਵੀ, ਚੰਗਾ ਕੁਝ ਪੜ੍ਹੋ ਵੀ, ਕੁਝ ਚੰਗੇ ਪਾਸੇ ਵੱਲ ਸੋਚਣ ਦਾ ਯਤਨ, ਆਪਸ਼ਨ ਰੱਖੋ। ਇਹ ਬਚਾਏਗੀ ਓੜਕ ਨੂੰ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਤੇ ਬਖਸ਼ਿਸ਼ ਕਰਨ। ਇਸ ਸ਼ਲੋਕ ਦੇ ਅੰਦਰ ਹੁਣ ਤੱਕ ਆਪਾਂ 15 ਸ਼ਲੋਕ ਜਿਹੜੇ ਨੇ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਵਿਚਾਰਨ ਦਾ ਯਤਨ ਕੀਤਾ ਹੈ। ਅਗਲੇਰੇ ਸ਼ਲੋਕਾਂ ਦੇ ਵਿਚਾਰ ਆਪਾਂ ਕੱਲ ਦੇ ਦੀਵਾਨ ਵਿੱਚ ਕਰਾਂਗੇ। ਗਰੀਬ ਨਵਾਜ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦੀ ਹਾਜ਼ਰੀ ਸਤਿਗੁਰੂ ਜੀ ਦਰ ਪ੍ਰਵਾਨ ਕਰਨ। ਸਰਬੱਤ ਦਾ ਭਲਾ ਕਰਨ। ਭੁੱਲ ਚੁੱਕ ਦੀ ਮਹਾਰਾਜ ਖਿਮਾ ਬਖਸ਼ਣ। ਬੜੇ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।